Dear students, welcome. Our today's topic is devices and teaching techniques. ਇਹ ਵਿੱਚ ਅਸੀਂ ਜਿਹੜੇ ਫਸਟ ਜੋ ਟੈਕਨੀਕ ਹੈ ਨਰੇਸ਼ਨ ਟੈਕਨੀਕ ਇਹਦੇ ਬਾਰੇ ਡਿਸਕਸ ਕਰਾਂਗੇ। ਇਹਨੂੰ ਪੰਜਾਬੀ ਦੇ ਵਿੱਚ ਬਿਰਤਾਂਤ ਆਖਿਆਨ ਜਾਂ ਬਿਆਨ ਵੀ ਕਿਹਾ ਜਾਂਦਾ ਹੈ। ਤੁਸੀਂ ਕਨਫਿਊਜ਼ ਨਹੀਂ ਹੋਣਾ, ਪੰਜਾਬੀ ਦੇ ਵਿੱਚ ਇਹਦੇ ਲਈ ਇਹ ਸ਼ਬਦ ਵੀ ਯੂਜ਼ ਕੀਤੇ ਹੋ ਸਕਦੇ ਨੇ। ਹੁਣ ਜਿਹੜੀ ਨਰੇਸ਼ਨ ਟੈਕਨੀਕ ਹੈ ਇਸ ਵਿਧੀ ਰਾਹੀਂ ਪੜ੍ਹਾਉਣ ਦਾ ਵੀ ਬਹੁਤ ਮਹੱਤਵ ਹੈ ਤੇ ਮੋਸਟਲੀ ਸਾਰੇ ਹੀ ਵਿਸ਼ਿਆਂ ਦੇ ਲਈ, ਕਿਉਂਕਿ ਮੇਨ ਇਹਦਾ ਜਿਹੜੇ ਅਸੀਂ ਸਿੰਪਲ ਗੱਲ ਕਰੀਏ ਤਾਂ ਕੋਈ ਕਹਾਣੀ ਸੁਣਾਉਣਾ ਜਾਂ ਕਿਸੇ ਘਟਨਾ ਦਾ ਵਰਣਨ ਕਰਨਾ, ਇਹਦਾ ਮੀਨਿੰਗ ਇਹ ਨਿਕਲ ਰਿਹਾ। ਹੁਣ ਅਸੀਂ ਸਭ ਤੋਂ ਪਹਿਲਾਂ ਇਹਦੀ ਡੈਫੀਨੇਸ਼ਨਸ ਬਾਰੇ ਗੱਲ ਕਰਾਂਗੇ। ਅਕੋਰਡਿੰਗ ਟੂ ਗ੍ਰੀਨ ਐਂਡ ਬਰਚੇਨਾ, ਨਰੇਸ਼ਨ ਮੀਨਸ ਰੀਕਾਊਂਟਿੰਗ ਅ ਸੀਰੀਜ਼ ਆਫ ਈਵੈਂਟਸ। ਆਖਿਆਨ ਦਾ ਅਰਥ ਹੈ ਲੜੀਵਾਰ ਘਟਨਾਵਾਂ ਦੇ ਵਰਣਨ ਤੋਂ। ਮੀਨਸ ਜੋ ਘਟਨਾਵਾਂ ਲੜੀਵਾਰ ਵਾਪਰੀਆਂ ਹੁੰਦੀਆਂ ਨੇ ਉਹਨਾਂ ਨੂੰ ਐਜ਼ ਇਟ ਇਜ਼ ਹੀ ਨਰੇਟ ਕੀਤਾ ਜਾਂਦਾ ਹੈ, ਦੱਸਿਆ ਜਾਂਦਾ ਹੈ। ਨੈਕਸਟ ਡੈਫੀਨੇਸ਼ਨ ਹੈ ਅਕੋਰਡਿੰਗ ਟੂ ਡਿਕਸ਼ਨਰੀ ਆਫ ਐਜੂਕੇਸ਼ਨ, ਨਰੇਸ਼ਨ ਇਜ਼ ਦਾ ਵਰਬਲ ਸਾਊਂਡ ਅਕੰਪਨੀਮੈਂਟ ਟੂ ਅ ਮੋਸ਼ਨ ਪਿਕਚਰ, ਫਿਲਮ ਸਟ੍ਰਿਪ ਔਰ ਅਦਰ ਵਿਜ਼ੂਅਲ ਮਟੀਰੀਅਲ। ਆਖਿਆਨ ਕੀ ਹੈ? ਜਿਹੜੇ ਕੁਛ ਚਲਚਿੱਤਰ ਹੁੰਦੇ ਨੇ, ਮੀਨਸ ਮੋਸ਼ਨ ਪਿਕਚਰਸ ਹੁੰਦੀਆਂ, ਫਿਲਮ ਪੱਟੀਆਂ ਹੁੰਦੀਆਂ ਜਾਂ ਹੋਰ ਜਿਹੜੀ ਸਾਡੇ ਕੋਲ ਵਿਜ਼ੂਅਲ ਮਟੀਰੀਅਲ ਹੁੰਦਾ, ਉਹਦੇ ਲਈ ਸ਼ਾਬਦਿਕ ਆਵਾਜ਼ ਸੰਗਤੀ ਹੈ। ਹੁਣ ਵਿਵਰਨ ਦਾ ਬਿਲਕੁਲ ਸਧਾਰਨ ਅਰਥ ਕੀ ਹੈ? ਨਰੇਸ਼ਨ ਦਾ ਸਧਾਰਨ ਅਰਥ ਕਹਾਣੀ ਸੁਣਾਉਣਾ ਜਾਂ ਘਟਨਾਵਾਂ ਦਾ ਵਰਣਨ ਕਰਨਾ। ਬਹੁਤ ਸਾਰੇ ਟੀਚਰ ਇਸ ਟੈਕਨੀਕ ਦੇ ਵਿੱਚ ਬਹੁਤ ਜ਼ਿਆਦਾ ਐਕਸਪਰਟ ਹੁੰਦੇ ਨੇ। ਹੁਣ ਜਿਵੇਂ ਕਿ ਜਿਹੜੇ ਧਾਰਮਿਕ ਨੇਤਾ ਹੁੰਦੇ ਨੇ, ਮੀਨਸ ਜੋ ਧਰਮ ਦਾ ਸਪਰੈਡ ਕਰਨ ਵਾਲੇ ਹੁੰਦੇ ਨੇ, ਉਹ ਇਸ ਵਿਧੀ ਦੀ ਵਰਤੋਂ ਕਰਦੇ ਨੇ ਆਪਣੇ ਮੈਸੇਜ ਨੂੰ ਅੱਗੇ ਕਨਵੇ ਕਰਨ ਦੇ ਲਈ। ਹੁਣ ਜੇਕਰ ਅਸੀਂ SST ਸਬਜੈਕਟ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਦੇਖੋ ਅਸੀਂ ਪੜ੍ਹਦੇ ਹਾਂ ਕਿ ਜੋ ਸਾਡੀ ਪੁਰਾਣੀ ਹਿਸਟਰੀ ਹੈ, ਉਹਦੇ ਵਿੱਚ ਸਾਨੂੰ ਬਹੁਤ ਸਾਰੀਆਂ ਜਿਹੜੀ ਘਟਨਾਵਾਂ ਨੇ ਵਾਪਰੀ ਹੋਈਆਂ ਬਾਰੇ ਅਸੀਂ ਜਾਣਕਾਰੀ ਪ੍ਰਾਪਤ ਕਰਨੀ ਹੁੰਦੀ ਹੈ ਅਤੇ ਇਸ ਟੈਕਨੀਕ ਨੂੰ ਇਹਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਯੂਜ਼ ਕੀਤਾ ਜਾ ਸਕਦਾ ਹੈ। ਹੁਣ ਇਹਦੇ ਨਾਲ ਜਿਹੜੇ ਵਿਦਿਆਰਥੀ ਨੇ ਉਹਨਾਂ ਦੀ ਇਮੈਜੀਨੇਸ਼ਨ ਪਾਵਰ ਵੀ ਡਿਵੈਲਪ ਹੁੰਦੀ ਹੈ ਅਤੇ ਵਿਦਿਆਰਥੀਆਂ ਨੂੰ ਅਸੀਂ ਉਹਨਾਂ ਦਾ ਜਿਹੜਾ ਧਿਆਨ ਆ ਉਹ ਵੀ ਕੌਨਸੈਂਟਰੇਟ ਕਰਕੇ ਰੱਖ ਸਕਦੇ ਹਾਂ। ਅਤੇ ਜੋ ਵਿਵਰਣ ਕਰਨਾ ਹੁੰਦਾ ਹੈ, ਬਿਆਨ ਕਰਨਾ ਹੁੰਦਾ ਹੈ, ਉਹਨੂੰ ਇਸ ਤਰੀਕੇ ਨਾਲ ਬਿਆਨ ਕੀਤਾ ਜਾਂਦਾ ਹੈ ਇਸ ਟੈਕਨੀਕ ਦੇ ਦੁਆਰਾ ਕਿ ਜੋ ਵਿਦਿਆਰਥੀ ਅੱਗੇ ਬੈਠੇ ਹੁੰਦੇ ਆ ਉਹਨਾਂ ਨੂੰ ਇਹ ਲੱਗਦਾ ਕਿ ਸੱਚਮੁੱਚ ਹੀ ਜੋ ਘਟਨਾ ਵਾਪਰੀ ਸਾਡੇ ਸਾਹਮਣੇ ਉਸ ਤਰੀਕੇ ਦਾ ਦ੍ਰਿਸ਼ ਸਾਹਮਣੇ ਆ ਰਿਹਾ ਹੁੰਦਾ ਹੈ। ਹੁਣ ਅਸੀਂ ਕਰਾਂਗੇ ਇਹਦੀਆਂ ਐਡਵਾਂਟੇਜਸ। ਐਡਵਾਂਟੇਜਸ ਹੁੰਦੇ ਆ ਇਹਦੇ ਲਾਭ। ਫਸਟ ਹੈ ਚੀਪ। ਚੀਪ ਮੀਨਸ ਸਸਤੀ। ਇਹ ਇੱਕ ਬਹੁਤ ਹੀ ਸਸਤੀ ਜੀ ਜੁਗਤ ਹੈ, ਕਿਉਂਕਿ ਇਹਦੇ ਵਿੱਚ ਕੋਈ ਵੀ ਜਿਹੜਾ ਮਹਿੰਗਾ ਸਮਾਨ ਹੈ ਉਹ ਖਰੀਦਣ ਦੀ ਜ਼ਰੂਰਤ ਨਹੀਂ ਪੈਂਦੀ। ਅਤੇ ਇਹ 'ਚ ਸਿਰਫ ਜਿਹੜਾ ਅਧਿਆਪਕ ਹੈ ਉਹ ਆਪਣੇ ਜਿਹੜੇ ਉਹਦੇ ਕੋਲ ਜਾਦੂਈ ਸ਼ਬਦ ਹੁੰਦੇ ਨੇ, ਮੈਜਿਕ ਵਰਡਸ ਹੁੰਦੇ ਨੇ, ਉਹਨਾਂ ਦੀ ਹੈਲਪ ਦੇ ਨਾਲ ਹੀ ਜਿਹੜਾ ਟੌਪਿਕ ਆ ਉਹਨੂੰ ਇੰਟਰਸਟਿੰਗ ਬਣਾਉਂਦਾ ਹੈ। ਟੂ ਮੋਟੀਵੇਟ ਦਾ ਸਟੂਡੈਂਟਸ, ਅਗਲਾ ਲਾਭ ਇਹ ਹੈ ਕਿ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੀ ਹੈ। ਵਿਦਿਆਰਥੀ ਜਦੋਂ ਵੀ ਪੜ੍ਹ ਰਹੇ ਹੁੰਦੇ ਨੇ ਤਾਂ ਜਦੋਂ ਅਧਿਆਪਕ ਉਹਨਾਂ ਨੂੰ ਅਲੱਗ-ਅਲੱਗ ਉਹ ਟੌਪਿਕ ਦੇ ਨਾਲ ਸੰਬੰਧਿਤ ਘਟਨਾਵਾਂ ਬਾਰੇ ਦੱਸਦਾ ਹੈ ਤਾਂ ਉਹਨਾਂ ਵਿਦਿਆਰਥੀ ਹੋਰ ਮੋਟੀਵੇਟ ਹੁੰਦੇ ਨੇ। ਟੂ ਕਲੈਰੀਫਾਈ ਦਾ ਕਨਸੈਪਟਸ। ਹੁਣ ਅਗਲਾ ਲਾਭ ਇਹ ਹੈ ਕਿਉਂਕਿ ਇਹਨਾਂ ਜਿਹੜੇ ਵੀ ਕੋਈ ਵੀ ਕਨਸੈਪਟਸ ਹੁੰਦੇ ਨੇ, ਜੋ ਵੀ ਅਸੀਂ ਨੇ ਪੜ੍ਹਾਉਣਾ ਹੁੰਦਾ ਹੈ, ਉਹ ਸਾਰੇ ਇਹ ਨਾਲ ਕਲੀਅਰ ਹੋ ਜਾਂਦੇ ਨੇ, ਕਿਉਂਕਿ ਇਹਦੇ ਵਿੱਚ ਪ੍ਰੋਪਰ ਉਸ ਚੀਜ਼ ਨੂੰ ਮੀਨਸ ਐਜ਼ ਏ ਸਟੋਰੀ ਨਰੇਟ ਕੀਤਾ ਜਾਂਦਾ ਹੈ। ਹੁਣ ਇਹ 'ਚ ਜਿਹੜੇ ਵਿਦਿਆਰਥੀ ਨੇ ਉਹ ਜੇਕਰ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਜਿਹੜੇ ਕਨਸੈਪਟ ਨੂੰ ਕਲੀਅਰ ਨਹੀਂ ਕਰਾਂਗੇ ਤਾਂ ਉਹਨਾਂ ਦੇ ਮਾਈਂਡ ਦੇ ਵਿੱਚ ਉਸ ਕਨਸੈਪਟ ਦੇ ਪ੍ਰਤੀ ਜਿਹੜੀ ਰੋਂਗ ਥਿੰਕਿੰਗ ਹੈ ਉਹ ਪੈਦਾ ਹੋ ਜਾਏਗੀ। ਇਸ ਕਰਕੇ ਜਿਹੜੀ ਇਹ ਨਰੇਸ਼ਨ ਟੈਕਨੀਕ ਹੈ ਉਹ ਵਿਦਿਆਰਥੀਆਂ ਦੇ ਕਨਸੈਪਟ ਨੂੰ ਕਲੈਰੀਫਾਈ ਕਰਨ ਦੇ ਲਈ ਵੀ ਬਹੁਤ ਇੰਪੋਰਟੈਂਟ ਹੈ। ਨੈਕਸਟ ਹੈ ਬੈਨੀਫਿਸ਼ੀਅਲ ਫॉर ਇੰਟੈਲੀਜੈਂਟ ਸਟੂਡੈਂਟਸ। ਜਿਹੜੇ ਬੱਚੇ ਬਹੁਤ ਜ਼ਿਆਦਾ ਇੰਟੈਲੀਜੈਂਟ ਹੁੰਦੇ ਨੇ ਉਹਨਾਂ ਦੇ ਲਈ ਇਹ ਟੈਕਨੀਕ ਹੋਰ ਵੀ ਵਧੀਆ ਹੈ, ਬੈਨੀਫਿਸ਼ੀਅਲ ਹੈ ਉਹਨਾਂ ਦੇ ਲਈ, ਕਿਉਂਕਿ ਉਹ ਬੱਚੇ ਹੋਰ ਜ਼ਿਆਦਾ ਜਿਹੜੀ ਨੌਲੇਜ ਆ ਉਹ ਗੇਨ ਕਰਨਗੇ ਜਦੋਂ ਜਿਹੜਾ ਟੀਚਰ ਹੈ ਉਹ ਨਰੇਟ ਕਰੇਗਾ ਟੌਪਿਕ ਨੂੰ। ਇੰਟਰਸਟਿੰਗ, ਇਹ ਨਾਲ ਜਿਹੜਾ ਟੌਪਿਕ ਆ ਉਹ ਇੰਟਰਸਟਿੰਗ ਵੀ ਬਣ ਜਾਂਦਾ ਹੈ, ਕਿਉਂਕਿ ਬੱਚਿਆਂ ਨੂੰ ਇੱਕ ਸਟੋਰੀ ਦੀ ਤਰ੍ਹਾਂ ਲੱਗਦਾ ਹੈ, ਇਸ ਕਰਕੇ ਬੱਚੇ ਇੰਟਰਸਟ ਲੈਂਦੇ ਨੇ।
ਪ੍ਰੋਪਰ ਗਾਈਡੈਂਸ, ਇਹਦੇ ਨਾਲ ਜਿਹੜੇ ਬੱਚੇ ਨੇ ਉਹਨਾਂ ਦੀ ਜਿਹੜੀ ਯੋਗ ਅਗਵਾਈ ਹੈ ਉਹ ਵੀ ਅਧਿਆਪਕ ਦੁਆਰਾ ਕੀਤੀ ਜਾਂਦੀ ਹੈ। ਭਾਵੇਂ ਇਹ ਜਿਹੜਾ ਮੈਥਡ ਹੈ ਉਹ ਟੀਚਰ ਸੈਂਟਰਡ ਹੈ, ਕਿਉਂਕਿ ਸਾਰਾ ਕੁਝ ਅਧਿਆਪਕ ਨੇ ਕਰਨਾ ਹੁੰਦਾ ਹੈ, ਬਟ ਫਿਰ ਵੀ ਜਿਹੜਾ ਅਧਿਆਪਕ ਹੈ ਉਹ ਬੱਚਿਆਂ ਨੂੰ ਪ੍ਰੋਪਰ ਜਿਹੜੀ ਗਾਈਡੈਂਸ ਉਹ ਪ੍ਰੋਵਾਈਡ ਕਰਦਾ ਹੈ। ਡਿਵੈਲਪਮੈਂਟ ਆਫ ਲਿਸਨਿੰਗ ਸਕਿੱਲ, ਇਹ ਨਾਲ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਜਿਹੜੀ ਲਿਸਨਿੰਗ ਸਕਿੱਲ ਹੈ, ਸੁਣਨ ਵਾਲੀ ਜਿਹੜੀ ਕਲਾ ਹੈ, ਹੁਨਰ ਹੈ, ਉਹਦਾ ਵਿਕਾਸ ਵੀ ਹੁੰਦਾ ਹੈ, ਕਿਉਂਕਿ ਅਧਿਆਪਕ ਨਰੇਟ ਕਰ ਰਿਹਾ ਟੌਪਿਕ ਨੂੰ ਅਤੇ ਬੱਚੇ ਸੁਣ ਰਹੇ ਹੁੰਦੇ ਨੇ। ਸੇਵਿੰਗ ਆਫ ਟਾਈਮ ਐਂਡ ਐਨਰਜੀ, ਹੁਣ ਇਹ ਨਾਲ ਅਧਿਆਪਕ ਅਤੇ ਬੱਚੇ ਦੋਵਾਂ ਦਾ ਹੀ ਟਾਈਮ ਅਤੇ ਐਨਰਜੀ ਸੇਵ ਹੁੰਦਾ ਹੈ, ਕਿਉਂਕਿ ਅਧਿਆਪਕ ਨੂੰ ਵੀ ਕੋਈ ਬਹੁਤੇ ਐਫਰਟਸ ਨਹੀਂ ਕਰਨੇ ਪੈਂਦੇ, ਨਾ ਹੀ ਕੋਈ ਮਟੀਰੀਅਲ ਕਲੈਕਟ ਕਰਨਾ ਪੈਂਦਾ ਹੈ ਅਤੇ ਨਾ ਹੀ ਬੱਚਿਆਂ ਨੂੰ ਕੁਛ, ਕਿਉਂਕਿ ਜਦੋਂ ਅਸੀਂ ਕੁਛ ਵੀ ਐਜ ਏ ਸਟੋਰੀ ਪੜ੍ਹਾਵਾਂਗੇ, ਨਰੇਟ ਕਰਕੇ ਪੜ੍ਹਾਵਾਂਗੇ, ਤਾਂ ਬੱਚਿਆਂ ਨੂੰ ਵੀ ਸਮਝ ਆਏਗਾ ਅਤੇ ਉਹਨਾਂ ਦਾ ਵੀ ਟਾਈਮ ਅਤੇ ਐਨਰਜੀ ਵੇਸਟ ਨਹੀਂ ਹੋਏਗਾ। ਗੁੱਡ ਰਿਲੇਸ਼ਨ ਬਿਟਵੀਨ ਟੀਚਰ ਐਂਡ ਸਟੂਡੈਂਟਸ, ਅਗਲਾ ਬੈਨੀਫਿਟ ਕਿ ਇਹਦੇ ਨਾਲ ਜਿਹੜੇ ਟੀਚਰ ਅਤੇ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਵਿਚਕਾਰ ਵਧੀਆ ਰਿਲੇਸ਼ਨਸ਼ਿਪ ਪੈਦਾ ਹੋਏਗੀ, ਕਿਉਂਕਿ ਟੀਚਰ ਦੇਖੋ ਇਸ ਮੈਥਡ ਦੇ ਨਾਲ ਪੜ੍ਹਾ ਰਿਹਾ, ਇਸ ਟੈਕਨੀਕ ਨੂੰ ਯੂਜ਼ ਕਰ ਰਿਹਾ, ਤਾਂ ਬੱਚਿਆਂ ਨੂੰ ਸਮਝ ਵੀ ਆ ਰਿਹਾ ਹੋਵੇਗਾ ਅਤੇ ਉਹਦੇ ਅਕੋਰਡਿੰਗ ਉਹਨਾਂ ਨੂੰ ਲੱਗੇ ਕਿ ਸਾਡਾ ਟੀਚਰ ਬਹੁਤ ਬੈਸਟ ਹੈ ਅਤੇ ਉਹਦੀ ਰਿਸਪੈਕਟ ਵੀ ਕਰਨਗੇ। ਟੀਚਰ ਵਿੱਚ ਅਪਰਚੁਨਿਟੀਜ਼ ਵੀ ਦਿੰਦਾ ਹੈ ਕਿ ਤੁਸੀਂ ਕੋਈ ਵੀ ਕੁਐਸਚਨ ਪੁੱਟ ਕਰ ਸਕਦੇ ਹੋ। ਨੈਕਸਟ ਹੈ ਪ੍ਰੋਵਾਈਡਸ ਨੌਲੇਜ, ਇਹ ਬੱਚਿਆਂ ਨੂੰ ਜਿਹੜੀ ਨੌਲੇਜ ਆ ਉਹ ਵੀ ਪ੍ਰੋਵਾਈਡ ਕਰਦਾ ਹੈ, ਇਕੱਲੀ ਕਿਤਾਬੀ ਨੌਲੇਜ ਨਹੀਂ, ਬੁੱਕਿਸ਼ ਨੌਲੇਜ ਨਹੀਂ, ਉਸ ਤੋਂ ਐਕਸਟਰਾ ਵੀ ਜਿਹੜੀ ਨੌਲੇਜ ਹੈ ਉਹ ਇਸ ਟੈਕਨੀਕ ਦੇ ਦੁਆਰਾ ਵਿਦਿਆਰਥੀਆਂ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ। ਐਬਿਲਿਟੀ ਟੂ ਸੋਲਵ ਪ੍ਰੋਬਲਮਸ, ਅਗਲਾ ਬੈਨੀਫਿਟ ਕਿ ਨਾਲ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵਿੱਚ ਪ੍ਰੋਬਲਮ ਨੂੰ ਸੋਲਵ ਕਰਨ ਦੀ ਜਿਹੜੀ ਐਬਿਲਿਟੀ ਹੈ ਉਹ ਵੀ ਪੈਦਾ ਹੁੰਦੀ ਹੈ, ਕਿਉਂਕਿ ਜਦੋਂ ਕੋਈ ਵੀ ਜਿਹੜੀ ਘਟਨਾ ਉਹਨੂੰ ਨਰੇਟ ਕੀਤਾ ਜਾਂਦਾ ਹੈ ਤਾਂ ਦੇਖੋ ਸਟੋਰੀ ਟਾਈਪ ਹੋ ਜਾਏਗਾ, ਉਹ ਪਹਿਲਾਂ ਉਸ ਘਟਨਾ ਦਾ ਰੀਜ਼ਨ ਦੱਸਿਆ ਜਾਂਦਾ ਹੈ, ਫਿਰ ਉਹਦਾ ਹੱਲ ਵੀ ਲੱਭਿਆ ਜਾਂਦਾ ਹੈ, ਤਾਂ ਉਹਦੇ ਅਕੋਰਡਿੰਗ ਜਿਹੜੇ ਵਿਦਿਆਰਥੀ ਨੇ ਉਹ ਪ੍ਰੋਬਲਮ ਸੋਲਵ ਕਰ ਸਕਣ ਦੀ ਜਿਹੜੀ ਐਬਿਲਿਟੀ ਹੈ ਉਹ ਗੇਨ ਕਰਨਗੇ। ਕੰਪਲੀਟ ਰਿਵਿਊ, ਹੁਣ ਇਹਦੇ ਨਾਲ ਜਿਹੜਾ ਕੋਈ ਵੀ ਟੌਪਿਕ ਹੈ ਉਹ ਕੰਪਲੀਟ ਰਿਵਿਊ ਹੋ ਜਾਂਦਾ, ਉਹਦਾ ਮੀਨਜ਼ ਰਿਵੀਜ਼ਨ ਟਾਈਪ ਕਹਿ ਲਓ। ਹੁਣ ਜੇਕਰ ਅਸੀਂ ਕੋਈ ਸਿਰਫ ਚੈਪਟਰ ਪੜ੍ਹਾ ਰਹੇ ਹਾਂ ਤਾਂ ਉਹਦੇ ਨਾਲ ਸਾਡਾ ਜਿਹੜਾ ਕੰਮ ਹੈ ਉਹ ਪੂਰਾ ਨਹੀਂ ਹੋਏਗਾ, ਬਟ ਜਦੋਂ ਅਸੀਂ ਇੱਕ ਕਨਸੈਪਟ ਨੂੰ ਲੈ ਕੇ ਉਹਨੂੰ ਸਹੀ ਤਰੀਕੇ ਨਾਲ ਜੋ ਨਰੇਸ਼ਨ ਟੈਕਨੀਕ ਹੈ ਉਹਨੂੰ ਯੂਜ਼ ਕਰਦੇ ਹੋਏ ਪੜ੍ਹਾਵਾਂਗੇ ਤਾਂ ਇੱਕ ਬੱਚਿਆਂ ਨੂੰ ਅਸੀਂ ਕੰਪਲੀਟ ਜਿਹੜਾ ਰਿਵਿਊ ਉਹ ਪ੍ਰੋਵਾਈਡ ਕਰ ਦਿੰਦੇ ਹਾਂ। ਨੈਕਸਟ ਆ ਗਈਆਂ ਇਹਦੀਆਂ ਲਿਮਿਟੇਸ਼ਨਸ। ਲਿਮਿਟੇਸ਼ਨਸ ਹੁੰਦਾ ਇਹਦੀਆਂ ਕਿਹੜੀਆਂ ਸੀਮਾਵਾਂ ਨੇ ਜਾਂ ਕਮੀਆਂ ਨੇ। ਫਸਟ ਹੈ ਮੇਕਿੰਗ ਦਾ ਸਟੂਡੈਂਟ ਇਨਐਕਟਿਵ, ਹੁਣ ਇਹਦੇ ਵਿੱਚ ਜਿਹੜਾ ਸਟੂਡੈਂਟ ਹੈ ਉਹ ਬਿਲਕੁਲ ਪੈਸਿਵ ਰੋਲ ਪਲੇ ਕਰਦਾ ਹੈ, ਕਿਉਂਕਿ ਟੀਚਰ ਨੇ ਪੜ੍ਹਾਉਣਾ ਹੁੰਦਾ ਹੈ, ਸਿਰਫ ਉਹੀ ਨਰੇਟ ਕਰਦਾ ਰਹਿੰਦਾ ਹੈ ਅਤੇ ਵਿਦਿਆਰਥੀ ਨੇ ਜਿਹੜੇ ਉਹ ਬੈਠੇ ਰਹਿੰਦੇ ਨੇ। ਨੈਕਸਟ ਹੈ ਡਿਸਕਰੇਜ ਸੈਲਫ ਐਫਰਟਸ, ਹੁਣ ਇਹ ਬੱਚਿਆਂ ਨੂੰ ਕੋਈ ਵੀ ਸੈਲਫ ਐਫਰਟ ਮੀਨਸ ਆਪਣੇ ਆਪ ਐਫਰਟਸ ਕਰਨ ਦੇ ਲਈ ਕੋਈ ਵੀ ਜਿਹੜੀ ਕੋਸ਼ਿਸ਼ ਕਰਨ ਦੇ ਲਈ ਮੋਟੀਵੇਟ ਨਹੀਂ ਕਰਦਾ, ਇਸ ਕਰਕੇ ਜਿਹੜੇ ਬੱਚੇ ਨੇ ਉਹ ਕੋਈ ਵੀ ਐਫਰਟਸ ਨਹੀਂ ਕਰਨਗੇ। ਲੈਕ ਆਫ ਕੈਪੇਬਲ ਟੀਚਰਸ, ਹੁਣ ਜਿਹੜੀ ਨਰੇਸ਼ਨ ਟੈਕਨੀਕ ਹੈ ਉਹਨੂੰ ਯੂਜ਼ ਕਰਨ ਦੇ ਲਈ ਸਾਨੂੰ ਕੈਪੇਬਲ ਟੀਚਰ ਚਾਹੀਦੇ ਨੇ, ਬਟ ਕੈਪੇਬਲ ਟੀਚਰ ਦੀ ਸਾਡੇ ਕੋਲ ਕਮੀ ਹੈ। ਮਿਕਸਚਰ ਆਫ ਇਰਰੈਲੀਵੈਂਟ ਥਿੰਗਸ, ਹੁਣ ਕਈ ਵਾਰ ਜਦੋਂ ਅਸੀਂ ਇਸ ਟੈਕਨੀਕ ਦੇ ਨਾਲ ਪੜ੍ਹਾਉਂਦੇ ਹਾਂ ਤਾਂ ਬਹੁਤ ਸਾਰੇ ਜਿਹੜੇ ਇਰਰੈਲੀਵੈਂਟ ਥਿੰਗਸ ਹੁੰਦੀਆਂ ਨੇ, ਮੀਨਸ ਜਿਨ੍ਹਾਂ ਦਾ ਕੰਟੈਂਟ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੁੰਦਾ, ਉਹ ਚੀਜ਼ਾਂ ਇਹਦੇ ਵਿੱਚ ਮਿਕਸ ਹੋ ਜਾਂਦੀਆਂ ਨੇ, ਇਸ ਕਰਕੇ ਜਿਹੜਾ ਅਧਿਆਪਕ ਹੈ ਉਹ ਆਪਣੇ ਰਸਤੇ ਤੋਂ ਭਟਕ ਜਾਂਦਾ ਹੈ, ਮੀਨਸ ਜਿਹੜੇ ਟਰੈਕ 'ਤੇ ਉਹ ਪੜ੍ਹਾ ਰਿਹਾ ਹੁੰਦਾ ਉਹਦੇ ਤੋਂ ਉਹ ਭਟਕ ਜਾਂਦਾ ਹੈ। ਨੈਕਸਟ ਹੈ ਪ੍ਰੋਬਲਮ ਆਫ ਡਿਸਿਪਲਿਨ, ਫਿਰ ਡਿਸਿਪਲਿਨ ਦੀ ਪ੍ਰੋਬਲਮ ਵੀ ਆਏਗੀ, ਕਿਉਂਕਿ ਜਦੋਂ ਇਕੱਲਾ ਟੀਚਰ ਹੈ ਉਹ ਸਿਰਫ ਬੋਲ ਰਿਹਾ ਅਤੇ ਬੱਚੇ ਬੈਠੇ ਨੇ ਤਾਂ ਉਹਦੇ ਨਾਲ ਕਲਾਸ ਦੇ ਵਿੱਚ ਇਨਡਿਸਿਪਲਿਨ ਪੈਦਾ ਹੋਣਾ ਪੋਸੀਬਲ ਹੋ ਜਾਂਦਾ ਹੈ। ਨੈਕਸਟ ਹੈ ਬੋਰਿੰਗ ਮੈਥਡ ਵੀ ਹੈ, ਕਿਉਂਕਿ ਬੱਚਿਆਂ ਦੇ ਲਈ ਜਿਹੜੀ ਕੋਈ ਐਕਟੀਵਿਟੀ ਨਹੀਂ ਹੈਗੀ ਇਹਦੇ ਵਿੱਚ, ਅਤੇ ਸਿਰਫ ਅਧਿਆਪਕ ਬੋਲਦਾ ਰਹਿੰਦਾ ਅਤੇ ਬੱਚੇ ਸੁਣਦੇ ਰਹਿੰਦੇ ਆ। ਨੈਕਸਟ ਹੈ ਪਿਊਪਲਸ ਕਾਂਟ ਆਸਕ ਕੁਐਸਚਨਸ, ਹੁਣ ਡਿਊਰਿੰਗ ਨਰੇਸ਼ਨ ਜੇਕਰ ਕਿਸੇ ਬੱਚੇ ਨੂੰ ਕੁਛ ਸਮਝ ਨਹੀਂ ਆਇਆ ਤਾਂ ਬੱਚਾ ਟੀਚਰ ਨੂੰ ਇੰਟਰਪਟ ਨਹੀਂ ਕਰ ਸਕਦਾ, ਮੀਨਸ ਕੋਈ ਵੀ ਜਿਹੜਾ ਕੁਐਸਚਨ ਉਹ ਪੁੱਟ ਨਹੀਂ ਕਰ ਸਕਦਾ। ਨੈਕਸਟ ਹੈ ਪ੍ਰੋਬਲਮ ਇਨ ਕੰਪਲੀਟਿੰਗ ਸਿਲੇਬਸ, ਇਸ ਟੈਕਨੀਕ ਦੇ ਨਾਲ ਜਿਹੜਾ ਪੂਰਾ ਸਿਲੇਬਸ ਆ ਉਹਨੂੰ ਅਸੀਂ ਸਹੀ ਟਾਈਮ ਦੇ ਵਿੱਚ ਵੀ ਕੰਪਲੀਟ ਨਹੀਂ ਕਰ ਸਕਾਂਗੇ ਅਤੇ ਇਹਦੇ ਨਾਲ ਜਿਹੜੇ ਬੱਚੇ ਨੇ ਉਹਨਾਂ ਦਾ ਲੋਸ ਹੋਏਗਾ। ਹੁਣ ਅਸੀਂ ਗੱਲ ਕਰਾਂਗੇ ਸੁਜੈਸ਼ਨਸ ਫॉर ਇੰਪਰੂਵਮੈਂਟ ਆਫ ਨਰੇਸ਼ਨ। ਹੁਣ ਜਿਹੜੀ ਨਰੇਸ਼ਨ ਟੈਕਨੀਕ ਹੈ ਅਸੀਂ ਉਹਦੇ ਕੋਲ ਮੈਰਿਟ ਵੀ ਪੜ੍ਹੇ ਆ, ਡੀਮੈਰਿਟਸ ਵੀ ਪੜ੍ਹੇ ਆ, ਹੁਣ ਅਸੀਂ ਇਹਨੂੰ ਸਹੀ ਤਰੀਕੇ ਨਾਲ ਕਿਵੇਂ ਯੂਜ਼ ਕਰ ਸਕਦੇ ਹਾਂ, ਉਹਦੇ ਲਈ ਕਿਹੜੇ ਸੁਝਾਅ ਨੇ ਬੱਚੇ, ਇਹਦੇ ਨਾਲ ਹੀ ਤੁਹਾਡਾ ਜਿਹੜਾ ਪੂਰਾ ਕੁਐਸਚਨ ਉਹ ਕੰਪਲੀਟ ਹੋਏਗਾ, ਕਿਉਂਕਿ ਤੁਸੀਂ ਪਹਿਲਾਂ ਉਹਦਾ ਮੀਨਿੰਗ ਡੈਫੀਨੇਸ਼ਨ ਲਿਖੋਗੇ, ਫਿਰ ਉਹਦੇ ਮੈਰਿਟਸ, ਦੈਨ ਡੀਮੈਰਿਟਸ, ਫਿਰ ਸੁਜੈਸ਼ਨਸ। ਫਸਟ ਹੈ ਵਿੱਚ ਸਿੰਪਲ ਐਂਡ ਈਜ਼ੀ ਲੈਂਗੁਏਜ,
ਮੀਨਸ ਜਦੋਂ ਟੀਚਰ ਨੇ ਪੜ੍ਹਾਉਣਾ ਹੈ ਤਾਂ ਜਿਹੜੀ ਲੈਂਗੁਏਜ ਯੂਜ਼ ਕਰਨੀ ਉਹ ਬਿਲਕੁਲ ਸਿੰਪਲ ਮੀਨਸ ਸਧਾਰਨ ਅਤੇ ਸੌਖੀ ਹੋਣੀ ਚਾਹੀਦੀ ਹੈ, ਤਾਂ ਜੋ ਜਿਹੜੇ ਬੱਚੇ ਨੇ ਉਹ ਕਨਸੈਪਟ ਨੂੰ ਸਹੀ ਤਰੀਕੇ ਨਾਲ ਅੰਡਰਸਟੈਂਡ ਕਰ ਸਕਣ। ਸੈਕਿੰਡ ਹੈ ਇੰਟਰਸਟਿੰਗ ਲੈਂਗੁਏਜ ਸਟਾਈਲ, ਅਤੇ ਜਿਹੜਾ ਲੈਂਗੁਏਜ ਦਾ ਸਟਾਈਲ ਹੈ ਉਹ ਵੀ ਇੰਟਰਸਟਿੰਗ ਹੋਣਾ ਚਾਹੀਦਾ, ਕਿਉਂਕਿ ਜੇਕਰ ਅਸੀਂ ਜਦੋਂ ਕੁਝ ਵੀ ਗੱਲ ਕਰ ਰਹੇ ਹਾਂ, ਬੋਲ ਰਹੇ ਹਾਂ, ਜੇ ਅਸੀਂ ਲੈਂਗੁਏਜ ਦਾ ਜਿਹੜਾ ਸਟਾਈਲ ਹੈ ਉਹ ਰਫ ਜਿਹਾ ਰੱਖਾਂਗੇ ਤਾਂ ਬੱਚਿਆਂ ਨੂੰ ਸਮਝ ਨਹੀਂ ਪਏਗਾ। ਇਸ ਕਰਕੇ ਇਟ ਸ਼ੁੱਡ ਬੀ ਇੰਟਰਸਟਿੰਗ। ਨੈਕਸਟ ਹੈ ਡਿਸਿਪਲਿਨ। ਟੀਚਰ ਨੂੰ ਕਲਾਸ ਦੇ ਵਿੱਚ ਡਿਸਿਪਲਿਨ ਵੀ ਮੇਨਟੇਨ ਕਰਕੇ ਰੱਖਣਾ ਜ਼ਰੂਰੀ ਹੈ, ਫਿਰ ਹੀ ਇਹ ਜਿਹੜੀ ਟੈਕਨੀਕ ਹੈ ਉਹਨੂੰ ਵਧੀਆ ਤਰੀਕੇ ਨਾਲ ਯੂਜ਼ ਕੀਤਾ ਜਾ ਸਕਦਾ ਹੈ। ਯੂਜ਼ ਆਫ ਟੀਚਿੰਗ ਏਡਸ। ਟੀਚਰ ਨੇ ਇਕੱਲਾ ਨਰੇਟ ਹੀ ਨਹੀਂ ਕਰਨਾ ਟੌਪਿਕ ਨੂੰ, ਸਗੋਂ ਉਹਨੂੰ ਹੋਰ ਵਧੀਆ ਤਰੀਕੇ ਨਾਲ ਸਮਝਾਉਣ ਦੇ ਲਈ ਜਿਹੜੇ ਟੀਚਿੰਗ ਏਡਸ ਨੇ ਉਹਨਾਂ ਦੀ ਵਰਤੋਂ ਵੀ ਕਰਨੀ ਹੈ, ਕਿਉਂਕਿ ਅਸੀਂ ਪੜ੍ਹਿਆ ਸੀ ਨਾ ਕਿ ਬੋਰਿੰਗ ਹੈ। ਇਸ ਕਰਕੇ ਜਿਹੜਾ ਟੀਚਰ ਹੈ ਜਦੋਂ ਟੀਚਿੰਗ ਏਡ ਯੂਜ਼ ਕਰੇਗਾ ਤਾਂ ਇਹ ਟੌਪਿਕ ਇੰਟਰਸਟਿੰਗ ਵੀ ਹੋ ਜਾਏਗਾ ਅਤੇ ਜਿਹੜੇ ਬੱਚੇ ਨੇ ਉਹ ਸਹੀ ਤਰੀਕੇ ਨਾਲ ਅੰਡਰਸਟੈਂਡ ਵੀ ਕਰ ਸਕਣਗੇ। ਐਡਰੈਸ ਟੂ ਆਲ ਸਟੂਡੈਂਟਸ ਮੀਨਸ ਸਾਰੇ ਹੀ ਵਿਦਿਆਰਥੀਆਂ ਨੂੰ ਸੰਬੋਧਨ ਕਰਨਾ ਹੁੰਦਾ ਹੈ। ਹੁਣ ਜੇਕਰ ਜਿਹੜਾ ਅਧਿਆਪਕ ਹੈ ਉਹਦਾ ਧਿਆਨ ਪੂਰੀ ਕਲਾਸ ਵੱਲ ਨਹੀਂ ਹੋਏਗਾ ਜਦੋਂ ਉਹ ਸਮਝਾ ਰਿਹਾ ਹੈ, ਤਾਂ ਬੱਚੇ ਵੀ ਇੰਟਰਸਟ ਨਹੀਂ ਲੈਣਗੇ। ਇਸ ਕਰਕੇ ਜਦੋਂ ਟੀਚਰ ਨੇ ਐਡਰੈਸ ਕਰਨਾ ਹੈ, ਸੰਬੋਧਨ ਕਰਨਾ ਹੈ, ਤਾਂ ਸਾਰੇ ਹੀ ਸਟੂਡੈਂਟਸ ਨੂੰ ਕਰਨਾ ਹੈ। ਜਿਵੇਂ ਕਿ ਅਸੀਂ ਨਾਰਮਲ ਗੱਲ ਕਰ ਦਿੰਦੇ ਹਾਂ ਵੀ ਡੀਅਰ ਸਟੂਡੈਂਟਸ, ਤਾਂ ਟੀਚਰ ਦਾ ਜਿਹੜਾ ਧਿਆਨ ਆ ਉਹ ਸਾਰੇ ਬੱਚਿਆਂ ਵੱਲ ਸਾਰੀ ਕਲਾਸ 'ਤੇ ਹੋਣਾ ਜ਼ਰੂਰੀ ਹੈ, ਕਿਉਂਕਿ ਫਿਰ ਜਿਹੜੇ ਸਾਰੇ ਬੱਚੇ ਨੇ ਉਸ ਟਾਈਮ ਐਕਟਿਵ ਹੋ ਜਾਣਗੇ। ਨੈਕਸਟ ਹੈ ਯੂਜ਼ ਆਫ ਕੁਐਸਚਨਸ। ਹੁਣ ਜਿਹੜਾ ਟੀਚਰ ਹੈ ਉਹਨੇ ਡਿਊਰਿੰਗ ਨਰੇਸ਼ਨ ਕੀ ਕਰਨਾ ਹੈ, ਬੱਚਿਆਂ ਨੂੰ ਕੁਐਸਚਨ ਆਪ ਵੀ ਕਰਨੇ ਹੈ, ਅਤੇ ਅਗਰ ਬੱਚਿਆਂ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਬੱਚਿਆਂ ਨੂੰ ਵੀ ਅਪਰਚੁਨਿਟੀ ਦੇਣੀ ਹੈ ਕਿ ਉਹ ਕੁਐਸਚਨ ਪੁੱਟ ਕਰ ਸਕਦੇ ਹੈ। ਯੂਜ਼ ਆਫ ਇਲਸਟ੍ਰੇਸ਼ਨਸ। ਫਿਰ ਇਹਦੇ ਵਿੱਚ ਜਿਹੜਾ ਦ੍ਰਿਸ਼ਟਾਂਤ ਨੇ ਉਹਨਾਂ ਦੀ ਵਰਤੋਂ ਵੀ ਕਰਨੀ ਹੈ, ਜਿਵੇਂ ਕਿ ਕੋਈ ਨਕਸ਼ੇ, ਮਾਡਲ, ਚਾਰਟ ਜਾਂ ਹੋਰ ਕੋਈ ਵੀ ਜਿਹੜਾ ਮਟੀਰੀਅਲ ਜਿਹਦੇ ਨਾਲ ਟੌਪਿਕ ਨੂੰ ਸਹੀ ਤਰੀਕੇ ਨਾਲ ਜਿਹੜਾ ਸਮਝਾਇਆ ਜਾ ਸਕਦਾ ਹੋਵੇ। ਲੌਜੀਕਲ ਸੀਕੁਐਂਸ। ਫਿਰ ਜਿਹੜਾ ਅਸੀਂ ਟੌਪਿਕ ਪੜ੍ਹਾਉਣਾ ਹੈ ਉਹਨੂੰ ਲੌਜੀਕਲੀ ਸੀਕੁਐਂਸ ਦੇ ਵਿੱਚ ਲਗਾਇਆ ਹੋਣਾ ਚਾਹੀਦਾ, ਮੀਨਜ਼ ਜਿਹੜੀਆਂ ਵੀ ਘਟਨਾਵਾਂ ਵਾਪਰੀਆਂ ਨੇ ਉਹਨਾਂ ਨੂੰ ਐਜ਼ ਇਟ ਇਜ਼ ਸੇਮ ਜਿਹੜਾ ਸੀਕੁਐਂਸ ਆ ਉਹਦੇ ਵਿੱਚ ਹੀ ਰੱਖਣਾ ਚਾਹੀਦਾ ਹੈ। ਇਹ ਨਾਲ ਬੱਚਿਆਂ ਨੂੰ ਸਹੀ ਤਰੀਕੇ ਨਾਲ ਸਮਝ ਆ ਜਾਏਗਾ ਟੌਪਿਕ, ਅਤੇ ਜਿਹੜੀ ਟੈਕਨੀਕ ਹੈ ਇਹ ਬੱਚਿਆਂ ਦੇ ਲਈ ਅਤੇ ਅਧਿਆਪਕ ਦੇ ਲਈ ਦੋਵਾਂ ਦੇ ਲਈ ਬੈਨੀਫੀਸ਼ੀਅਲ ਹੋ ਜਾਏਗੀ। ਕਮਾਂਡ ਓਵਰ ਸਬਜੈਕਟ। ਫਿਰ ਜਿਹੜਾ ਸਬਜੈਕਟ ਪੜ੍ਹਾਇਆ ਜਾ ਰਿਹਾ ਉਹਦੇ ਉੱਪਰ ਵੀ ਕਮਾਂਡ ਹੋਣੀ ਜ਼ਰੂਰੀ ਹੈ। ਸਪੋਜ਼ ਕਰੋ ਅਸੀਂ SST ਪੜ੍ਹਾ ਰਹੇ ਹਾਂ, ਇੰਗਲਿਸ਼ ਪੜ੍ਹਾ ਰਹੇ ਹਾਂ, ਮੈਥਸ ਹੈ, ਸਾਇੰਸ ਹੈ, ਤਾਂ ਉਸ ਸਬਜੈਕਟ ਦੇ ਉੱਪਰ ਪ੍ਰੋਪਰ ਜਿਹੜੀ ਕਮਾਂਡ ਹੈ ਉਹ ਹੋਣੀ ਜ਼ਰੂਰੀ ਹੈ ਟੀਚਰ ਨੂੰ। ਨੈਕਸਟ ਹੈ ਪੋਸੀਬਲ ਐਫਰਟਸ। ਟੀਚਰ ਨੇ ਇਹਨੂੰ ਇੰਟਰਸਟਿੰਗ ਬਣਾਉਣ ਦੇ ਲਈ ਅਤੇ ਆਪਣੇ ਕਨਸੈਪਟ ਨੂੰ ਕਲੀਅਰ ਕਰਨ ਦੇ ਲਈ ਜਿਹੜੇ ਹਰ ਤਰ੍ਹਾਂ ਦੇ ਸੰਭਵ ਯਤਨ ਨੇ ਉਹ ਕਰਨੇ ਹੁੰਦੇ ਆ। ਨੈਕਸਟ ਹੈ ਐਕਟੀਵਿਟੀਜ਼ ਆਫ ਸਟੂਡੈਂਟਸ। ਫਿਰ ਕੁਝ ਸਟੂਡੈਂਟਸ ਨੇ ਐਕਟੀਵਿਟੀਜ਼ ਵੀ ਰੱਖਣੀ ਹੈ ਤਾਂ ਜੋ ਜਿਹੜੀ ਇਹ ਨਰੇਸ਼ਨ ਟੈਕਨੀਕ ਹੈ ਉਹਨੂੰ ਅਸੀਂ ਸਹੀ ਤਰੀਕੇ ਨਾਲ ਇਹਦਾ ਜਿਹੜਾ ਬੈਨੀਫਿਟ ਹੈ ਉਹ ਲੈ ਸਕੀਏ। ਅਕੋਰਡਿੰਗ ਟੂ ਨੀਡਸ ਆਫ ਸਟੂਡੈਂਟਸ। ਫਿਰ ਜੋ ਅਸੀਂ ਕੰਟੈਂਟ ਲੈਣਾ ਹੈ, ਜੋ ਅਸੀਂ ਨਰੇਸ਼ਨ ਟੈਕਨੀਕ ਦੇ ਦੁਆਰਾ ਪੜ੍ਹਾਉਣਾ ਹੈ, ਉਹ ਬੱਚਿਆਂ ਦੀਆਂ ਲੋੜਾਂ ਦੇ ਅਨੁਸਾਰ ਹੋਣਾ ਜ਼ਰੂਰੀ ਹੈ, ਕਿਉਂਕਿ ਜੇਕਰ ਅਸੀਂ ਇਸ ਤਰ੍ਹਾਂ ਦਾ ਕੰਟੈਂਟ ਲਵਾਂਗੇ ਜਿਹੜਾ ਕਿ ਬੱਚਿਆਂ ਦੀਆਂ ਲੋੜਾਂ ਨੂੰ ਪੂਰਾ ਨਹੀਂ ਕਰਦਾ ਹੋਏਗਾ ਤਾਂ ਬੱਚੇ ਵੀ ਉਹਦੇ ਵਿੱਚ ਇੰਟਰਸਟ ਨਹੀਂ ਲੈਣਗੇ ਅਤੇ ਟੀਚਰ ਦੇ ਜਿਹੜੇ ਐਫਰਟਸ ਨੇ ਉਹ ਬੱਚਿਆਂ ਦੇ ਲਈ ਫਰੂਟਫੁਲ ਨਹੀਂ ਹੋਣਗੇ। ਫੋਕਸ ਔਨ ਮੇਨ ਥੀਮ ਪੁਆਇੰਟ। ਜੋ ਟੀਚਰ ਨੇ ਪੜ੍ਹਾਉਣਾ ਹੈ ਮੀਨਜ਼ ਜੋ ਕਨਸੈਪਟ ਲਿਆ ਹੈ, ਭਾਵੇਂ ਕਿਸੇ ਵੀ ਸਬਜੈਕਟ ਦਾ ਟੌਪਿਕ ਲੈ ਲਓ ਤੁਸੀਂ, ਉਹਦਾ ਜਿਹੜਾ ਮੇਨ ਪੁਆਇੰਟ ਹੈ ਉਹਦੇ ਉੱਪਰ ਹੀ ਫੋਕਸ ਕਰਨਾ ਹੈ। ਮੀਨਜ਼ ਕਿ ਜਦੋਂ ਟੀਚਰ ਨੇ ਪੜ੍ਹਾਉਣਾ ਹੈ ਤਾਂ ਜੋ ਟਰੈਕ ਲਿਆ ਹੈ, ਮੀਨਜ਼ ਜੋ ਉਹਨੇ ਮੇਨ ਪੁਆਇੰਟ ਲਿਆ ਹੈ ਉਹਦੇ ਤੋਂ ਹਟ ਕੇ ਜਿਹੜੀ ਜ਼ਿਆਦਾ ਨਰੇਸ਼ਨ ਹੈ ਉਹ ਨਹੀਂ ਕਰਨੀ। ਜੇਕਰ ਜ਼ਿਆਦਾ ਬਿਰਤਾਂਤ ਕੀਤਾ ਜਾਏਗਾ ਤਾਂ ਉਹਦੇ 'ਚ ਇੱਧਰੋਂ ਇੱਧਰੋਂ ਜਿਹੜਾ ਇਰੈਲੀਵੈਂਟ ਮਟੀਰੀਅਲ ਹੈ ਉਹ ਆ ਜਾਏਗਾ, ਫਿਰ ਬੱਚਿਆਂ ਨੂੰ ਵੀ ਪ੍ਰੋਬਲਮ ਆਏਗੀ। ਨੈਕਸਟ ਹੈ ਪ੍ਰੋਪਰ ਅਰੇਂਜਮੈਂਟ ਆਫ ਕੰਟੈਂਟ। ਫਿਰ ਜਿਹੜਾ ਕੰਟੈਂਟ ਬੱਚਿਆਂ ਨੂੰ ਪੜ੍ਹਾਉਣਾ ਉਹਦਾ ਪ੍ਰੋਪਰ ਅਰੇਂਜਮੈਂਟ ਵੀ ਕਰਨਾ ਹੈ। ਅਰੇਂਜਮੈਂਟ ਕਰਨ ਦਾ ਮਤਲਬ ਇੱਕ ਤਾਂ ਉਹਨੂੰ ਸੀਕੁਐਂਸ ਵੀ ਕਹਿ ਸਕਦੇ ਹਾਂ ਅਸੀਂ, ਅਤੇ ਇੱਕ ਜਿੱਥੋਂ ਜਿੱਥੋਂ ਸਾਨੂੰ ਉਹਦੇ ਨਾਲ ਰਿਲੇਟਡ ਮਟੀਰੀਅਲ ਚਾਹੀਦਾ ਹੈ, ਜਿਹੜੇ ਜਿਹੜੇ ਵੈਬਸਾਈਟਸ ਤੋਂ, ਉਹਨਾਂ ਤੋਂ ਅਸੀਂ ਸਹੀ ਤਰੀਕੇ ਨਾਲ ਉਹਦੀ ਜਿਹੜੀ ਘੋਖ ਪੜਤਾਲ ਕਰਨਾ ਮੀਨਜ਼ ਵੈਰੀਫਾਈ ਕਰਕੇ ਹੀ ਅਸੀਂ ਨੇ ਬੱਚਿਆਂ ਨੂੰ ਦੱਸਣਾ ਹੁੰਦਾ ਹੈ। ਕਿਉਂਕਿ ਅਗਰ ਕੁਛ ਈਵੈਂਟਸ ਅਸੀਂ ਇਸ ਤਰ੍ਹਾਂ ਦੇ ਐਡ ਕਰ ਲਾਂਗੇ ਜਾਂ ਕੁਛ ਐਗਜ਼ਾਮਪਲਸ ਅਸੀਂ ਇਹਦੇ ਵਿੱਚ ਇਸ ਤਰ੍ਹਾਂ ਦੇ ਲੈ ਲਾਂਗੇ ਜਿਹੜੇ ਕਿ ਇਰੈਲੀਵੈਂਟ ਹੋਣਗੀਆਂ ਜਾਂ ਜਿਨ੍ਹਾਂ ਨਾਲ ਕਨਸੈਪਟ ਨਹੀਂ ਕਲੀਅਰ ਹੁੰਦਾ ਹੋਏਗਾ ਜਾਂ ਮੈਚ ਨਹੀਂ ਹੁੰਦੀਆਂ ਹੋਣਗੀਆਂ, ਤਾਂ ਉਹਦਾ ਕੋਈ ਬੈਨੀਫਿਟ ਨਹੀਂ ਹੋਏਗਾ। ਇਸ ਕਰਕੇ ਜੋ ਵੀ ਕੰਟੈਂਟ ਬੱਚੇ ਨੂੰ ਪੜ੍ਹਾਉਣਾ ਹੈ ਉਹਦਾ ਪਹਿਲਾਂ ਪ੍ਰੋਪਰ ਅਰੇਂਜਮੈਂਟ ਕਰਨਾ ਹੈ, ਮੀਨਜ਼ ਉਹਨੂੰ ਵੈਰੀਫਾਈ ਵੀ ਕਰਨਾ ਹੈ ਕਿ ਕੀ ਇਹ ਜਿਹੜਾ ਟੌਪਿਕ ਦੇ ਨਾਲ
ਰੈਲੇਵੈਂਟ ਕੰਟੈਂਟ ਇੱਧਰੋਂ ਉੱਧਰੋਂ ਇਕੱਠਾ ਕੀਤਾ ਹੈ ਉਹ ਸਹੀ ਹੈ ਜਾਂ ਨਹੀਂ ਹੈ। ਨੈਕਸਟ ਹੈ ਕਲੀਅਰ ਵੌਇਸ। ਜਿਹੜਾ ਟੀਚਰ ਹੈ ਉਹਦੀ ਆਵਾਜ਼ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਨੂੰ ਸਹੀ ਤਰੀਕੇ ਨਾਲ ਸੁਣਾਈ ਦਿੰਦੀ ਹੋਵੇ ਅਤੇ ਉਹਨਾਂ ਨੂੰ ਜਿਹੜਾ ਕਨਸੈਪਟ ਹੈ ਉਹ ਸਹੀ ਤਰੀਕੇ ਨਾਲ ਸਮਝ ਆਉਂਦਾ ਹੋਵੇ। ਪ੍ਰੀ ਪਲੈਨਿੰਗ, ਜਦੋਂ ਇਸ ਟੈਕਨੀਕ ਨੂੰ ਯੂਜ਼ ਕਰਨਾ ਤਾਂ ਅਧਿਆਪਕ ਨੇ ਸਭ ਤੋਂ ਪਹਿਲਾਂ ਪ੍ਰੀ ਪਲੈਨਿੰਗ ਕਰਨੀ ਹੈ। ਪ੍ਰੀ ਪਲੈਨਿੰਗ ਮਤਲਬ ਕਿ ਟੀਚਰ ਨੇ ਪਹਿਲਾਂ ਤੋਂ ਹੀ ਪਲਾਨ ਕਰਨਾ ਹੈ ਕਿ ਮੈਂ ਕਿਹੜਾ ਜਿਹੜਾ ਟੌਪਿਕ ਹੈ ਅੱਜ ਕਿਹੜੀ ਕਲਾਸ ਨੂੰ ਕਿੰਨੇ ਟਾਈਮ ਦੇ ਲਈ ਕਿਸ ਤਰੀਕੇ ਨਾਲ ਪੜ੍ਹਾਉਣਾ ਹੈ। ਪ੍ਰੋਪਰ ਟਾਈਮ, ਫਿਰ ਇਹ ਨਹੀਂ ਹੈ ਕਿ ਇੱਕ ਪੀਰੀਅਡ ਦੇ ਵਿੱਚ ਕਲਾਸ ਦੇਖੋ ਇੱਕੋ ਹੀ ਲੱਗਦੀ ਹੈ, ਟੀਚਰ ਨੇ ਦੂਸਰਾ ਪੀਰੀਅਡ ਵੀ ਕੰਜ਼ਿਊਮ ਕਰ ਲਿਆ, ਤੀਸਰਾ ਵੀ ਕਰ ਲਿਆ, ਨਹੀਂ। ਪ੍ਰੋਪਰ ਟਾਈਮ ਦੇ ਵਿੱਚ ਸਿਰਫ ਉਨਾ ਕੁ ਹੀ ਕੰਟੈਂਟ ਲਿਆ ਜਾਣਾ ਚਾਹੀਦਾ ਹੈ ਜਿਹਦੇ ਨਾਲ ਜਿਹੜੇ ਵਿਦਿਆਰਥੀ ਨੇ ਅਸੀਂ ਉਹਨਾਂ ਨੂੰ ਇਸ ਟੈਕਨੀਕ ਦੇ ਦੁਆਰਾ ਵਧੀਆ ਤਰੀਕੇ ਨਾਲ ਪੜ੍ਹਾ ਸਕੀਏ। ਪ੍ਰੋਪਰ ਸਪੀਡ, ਫਿਰ ਸਪੀਡ ਵੀ ਟੀਚਰ ਦੀ ਐਵਰੇਜ ਹੋਣੀ ਚਾਹੀਦੀ ਹੈ, ਨਾ ਹੀ ਬਹੁਤ ਤੇਜ਼ ਅਤੇ ਨਾ ਹੀ ਬਹੁਤ ਹੌਲੀ। ਮੀਨਸ ਉਨੀ ਕੁ ਸਪੀਡ ਜਿਹਦੇ ਨਾਲ ਜਿਹੜੇ ਵਿਦਿਆਰਥੀ ਨੇ ਉਹ ਸਹੀ ਤਰੀਕੇ ਨਾਲ ਸਮਝ ਸਕਦੇ ਹੋਣ। ਨੈਕਸਟ ਹੈ ਡਿਵੈਲਪਮੈਂਟ ਆਫ ਪਾਵਰ ਆਫ ਇਮੈਜੀਨੇਸ਼ਨ। ਫਿਰ ਜਿਹੜੇ ਬੱਚੇ ਨੇ ਉਹਨਾਂ ਦੀ ਇਮੈਜੀਨੇਸ਼ਨ ਪਾਵਰ ਨੂੰ ਵੀ ਡਿਵੈਲਪ ਕਰਨਾ ਹੁੰਦਾ ਟੀਚਰ ਨੇ, ਕਿਉਂਕਿ ਜੇਕਰ ਇਕੱਲਾ ਦੇਖੋ ਟੀਚਰ ਪੜ੍ਹਾ ਰਿਹਾ, ਟੀਚਰ ਬੋਲੀ ਜਾ ਰਿਹਾ, ਨਰੇਟ ਕਰੀ ਜਾ ਰਿਹਾ ਆਪਣੀ ਸਟੋਰੀ ਨੂੰ, ਕੰਟੈਂਟ ਨੂੰ, ਤਾਂ ਬੱਚਿਆਂ ਦੀ ਜਿਹੜੀ ਇਮੈਜੀਨੇਸ਼ਨ ਪਾਵਰ ਹੈ ਉਹ ਇਸ ਤਰੀਕੇ ਨਾਲ ਡਿਵੈਲਪ ਨਹੀਂ ਹੋਏਗੀ। ਬੱਚਿਆਂ ਨੂੰ ਮੌਕਾ ਵੀ ਦੇਣਾ ਹੈ ਕੋਈ ਇਸ ਤਰ੍ਹਾਂ ਦਾ ਕੁਐਸਚਨ ਪੁੱਟ ਕਰਕੇ ਕਿ ਅਗਰ ਤੁਸੀਂ ਉਸ ਵਿਅਕਤੀ ਦੀ ਥਾਂ ਹੁੰਦੇ ਤੁਸੀਂ ਕੀ ਕਰਦੇ, ਤਾਂ ਇਸ ਨਾਲ ਬੱਚਿਆਂ ਦੀ ਇਮੈਜੀਨੇਸ਼ਨ ਪਾਵਰ ਡਿਵੈਲਪ ਹੋਏਗੀ। ਨਾਟ ਟੂ ਮੱਚ ਲੈਂਥੀ, ਅਤੇ ਜਿਹੜਾ ਟੌਪਿਕ ਹੈ ਬਹੁਤ ਜ਼ਿਆਦਾ ਲੈਂਥੀ ਨਹੀਂ ਹੋਣਾ ਚਾਹੀਦਾ। ਮੀਨਸ ਬੱਚਿਆਂ ਦਾ ਲੈਵਲ ਵੀ ਦੇਖਣਾ ਹੈ ਅਤੇ ਅਸੀਂ ਕਲਾਸ ਦੇ ਵਿੱਚ ਜੋ ਸਾਨੂੰ ਟਾਈਮ ਮਿਲਿਆ ਪੜ੍ਹਾਉਣ ਦੇ ਲਈ ਅਸੀਂ ਉਹਨੂੰ ਟਾਈਮ ਨੂੰ ਵੀ ਦੇਖਣਾ ਹੈ। ਡੀਅਰ ਸਟੂਡੈਂਟਸ, ਇਹ ਸੀ ਤੁਹਾਡਾ ਨਰੇਸ਼ਨ ਟੈਕਨੀਕ ਦੇ ਨਾਲ ਸੰਬੰਧਿਤ ਟੌਪਿਕ। ਪੂਰਾ ਇੱਕ ਜਿਹੜਾ ਲੌਂਗ ਕੁਐਸਚਨ ਕਵਰ ਹੋ ਰਿਹਾ ਇਹਦੇ ਵਿੱਚ, ਅਤੇ ਨੈਕਸਟ ਵੀਡੀਓਜ਼ ਮੈਂ ਹੁਣ ਇਹਦੇ ਨਾਲ ਰਿਲੇਟਡ ਹੋਰ ਵੀ ਅਪਲੋਡ ਕਰਾਂਗੀ ਤੁਹਾਡੇ ਲਈ। ਥੈਂਕਸ ਫॉर ਵਾਚਿੰਗ।